Welcome to the lecture of engineering material. My name is Amit Verma from Satyam Group of Institute Nagodar. ਜੋ ਆਪਣਾ ਚੈਪਟਰ ਨੰਬਰ 3 ਚੱਲ ਰਿਹਾ ਹੀਟ ਟਰੀਟਮੈਂਟ, ਉਸਦੇ ਵਿੱਚ ਆਪਾਂ ਅੱਜ ਕਾਰਬੋਰਾਈਜੇਸ਼ਨ ਐਂਡ ਹੀਟ ਟਰੀਟਮੈਂਟ ਐਂਡ ਇੰਡਕਸ਼ਨ ਹਾਰਡਨਿੰਗ ਦੇ ਬਾਰੇ ਗੱਲ ਕਰਾਂਗੇ। ਦੋਨੋਂ ਹੀ ਇੱਕ ਹਾਰਡਨਿੰਗ ਪ੍ਰੋਸੈਸ ਹੈ। ਸੋ ਕਾਰਬੋਰਾਈਜੇਸ਼ਨ ਕੀ ਹੁੰਦੀ ਆ? Carburization is a process which involves taking a low carbon steel and transforming it into a high carbon steel. ਕਾਰਬੋਰਾਈਜੇਸ਼ਨ ਇੱਕ ਉਹ ਪ੍ਰੋਸੈਸ ਆ ਜਿਸ ਦੇ ਵਿੱਚ ਆਪਾਂ ਲੋ ਕਾਰਬਨ ਸਟੀਲ ਨੂੰ ਹਾਈ ਕਾਰਬਨ ਸਟੀਲ ਦੇ ਵਿੱਚ ਕਨਵਰਟ ਕਰ ਦਿੰਦੇ ਹਾਂ, ਕਿਉਂਕਿ ਆਪਾਂ ਜਾਣਦੇ ਹਾਂ ਜਿਸ ਸਟੀਲ ਦੇ ਵਿੱਚ ਹਾਈ ਕਾਰਬਨ ਹੋਏਗੀ ਉਹੀ ਸਟੀਲ ਹਾਰਡਰ ਹੋਏਗੀ। ਸੋ ਆਪਾਂ ਲੋ ਕਾਰਬਨ ਸਟੀਲ ਨੂੰ ਹਾਈ ਕਾਰਬਨ ਸਟੀਲ ਦੇ ਵਿੱਚ ਕਨਵਰਟ ਕਰਨ ਦਾ ਜੋ ਤਰੀਕਾ ਆ ਉਹਨੂੰ ਕਾਰਬੋਰਾਈਜੇਸ਼ਨ ਕਹਿੰਦੇ ਆ। ਦਿਸ ਇਜ਼ ਡਨ ਬਾਈ ਐਕਸਪੋਜ਼ਿੰਗ ਇਟ ਟੂ ਐਨ ਐਟਮੋਸਫੇਅਰ ਵਿਚ ਇਜ਼ dense in carbon. Generally, items are carburized in furnace, vat and other enclosed entities. ਕਾਰਬੋਰਾਈਜੇਸ਼ਨ ਪ੍ਰੋਸੈਸ ਇੱਕ ਫਰਨਸ ਦੇ ਵਿੱਚ ਕੀਤਾ ਜਾਂਦਾ, ਜਿਸ ਦੇ ਵਿੱਚ ਕੀ ਹੁੰਦਾ, ਆਈਟਮ ਨੂੰ ਆਪਾਂ ਇੱਕ ਫਰਨਸ ਦੇ ਵਿੱਚ ਰੱਖ ਕੇ ਉਸ ਨੂੰ 900 to 950 ਡਿਗਰੀ ਸੈਲਸੀਅਸ ਤੱਕ ਆਪਾਂ ਹੀਟ ਕਰਦੇ ਹਾਂ। ਹੀਟ ਕਰਨ ਤੋਂ ਬਾਅਦ ਉਸ ਫਰਨਸ ਦੇ ਵਿੱਚ ਉਹ ਕਲੋਜ਼ ਫਰਨਸ ਹੁੰਦੀ ਆ, ਕਲੋਜ਼ ਇੱਕ ਕੰਟੇਨਰ ਹੁੰਦਾ ਜਿਸ ਦੇ ਵਿੱਚ ਬਹੁਤ ਜ਼ਿਆਦਾ ਹੀਟ ਹੁੰਦੀ ਆ 900 to 950 ਡਿਗਰੀ ਸੈਲਸੀਅਸ। ਉਸ ਤੋਂ ਬਾਅਦ ਉਸ ਦੇ ਵਿੱਚ ਉਸ ਕੰਟੇਨਰ ਦੇ ਵਿੱਚ, ਉਸ ਫਰਨਸ ਦੇ ਵਿੱਚ ਇੱਕ ਗੈਸ ਰਿਲੀਜ਼ ਕੀਤੀ ਜਾਂਦੀ ਹੈ ਜੋ ਕਿ ਇੱਕ ਮਿਸ਼ਰਣ ਹੁੰਦੀ ਆ ਕਾਰਬਨ ਮੋਨੋਆਕਸਾਈਡ ਦੀ। ਉਹ ਕਾਰਬਨ ਮੋਨੋਆਕਸਾਈਡ ਦਾ ਕੰਮ ਕੀ ਹੁੰਦਾ ਆ ਕਿ ਜਦੋਂ ਆਪਾਂ ਕਿਸੇ ਆਈਟਮ ਨੂੰ ਜਾਂ ਕਿਸੇ ਮਟੀਰੀਅਲ ਨੂੰ ਹੀਟ ਕਰਦੇ ਹਾਂ, ਕਿਸੇ ਪਾਰਟ ਨੂੰ ਹੀਟ ਕਰਦੇ ਹਾਂ ਇਸ ਕਲੋਜ਼ ਫਰਨਸ ਦੇ ਵਿੱਚ, ਜਿਸ ਦੇ ਵਿੱਚ ਗੈਸਿਸ ਹੁੰਦੀਆਂ, ਤਾਂ ਕੀ ਹੁੰਦਾ ਆ, ਜੋ ਕਾਰਬਨ ਮੋਨੋਆਕਸਾਈਡ ਜਾਂ ਕਾਰਬਨ ਕੰਟੈਂਟ ਹੁੰਦੇ ਆ ਉਹ ਸਟੀਲ ਦੇ ਉੱਤੇ ਡਿਪੋਜ਼ਿਟ ਹੋ ਜਾਂਦੇ ਆ, ਜਿਸ ਦੇ ਕਾਰਨ ਕੀ ਹੁੰਦਾ ਆ, ਸਟੀਲ ਹਾਰਡਰ ਹੋ ਜਾਂਦੀ ਆ। By heating a steel atom in a carbon dense atmosphere, said item will allow carbon atoms to attach to the surface on a molecular level. After these carbon atoms have attached to its surface, it will gain both hardness and strength. ਸੋ ਜੋ ਮੈਂ ਉਹੀ ਦੱਸਿਆ ਉਹੀ ਉਹਨਾਂ ਨੇ ਲਿਖਿਆ ਹੋਇਆ ਕਿ ਜਿੱਦਾਂ ਹੀ ਆਪਾਂ ਕਿਸੇ ਸਟੀਲ ਦੀ ਆਈਟਮ ਨੂੰ ਹੀਟ ਕਰਦੇ ਹਾਂ ਤਾਂ ਕਾਰਬਨ ਦਾ ਐਟਮੋਸਫੇਅਰ ਹੁੰਦਾ ਹੈ ਫਰਨਸ ਦੇ ਵਿੱਚ, ਜਿਸ ਦੇ ਕਾਰਨ ਜੋ ਕਾਰਬਨ ਦੇ ਐਟਮਸ ਹੁੰਦੇ ਆ ਉਹ ਸਟੀਲ ਦੇ ਸਰਫੇਸ ਨਾਲ ਅਟੈਚ ਹੋ ਜਾਂਦੇ, ਜਿਸ ਤੋਂ ਬਾਅਦ ਕੀ ਹੁੰਦਾ ਹੈ, ਸਟੀਲ ਹਾਰਡਰ ਹੋ ਜਾਂਦੀ ਹੈ ਅਤੇ ਉਸ ਦੀ ਸਟਰੈਂਥ ਇਨਕਰੀਜ਼ ਹੋ ਜਾਂਦੀ ਹੈ। ਇਸ ਦੇ ਵਿੱਚ ਜੋ ਮੋਸਟ ਪਾਪੂਲਰ ਜੋ ਹੁੰਦੇ ਆ ਕਾਰਬੋਰਾਈਜੇਸ਼ਨ ਪ੍ਰੋਸੈਸ ਹੁੰਦੇ ਆ, ਇਸ ਦੇ ਵਿੱਚ ਕੇਸ ਹਾਰਡਨਿੰਗ ਹੁੰਦੀ ਆ ਅਤੇ ਨਾਈਟਰਾਈਡਿੰਗ ਹੁੰਦੀ ਆ, ਠੀਕ ਹੈ। ਉਸ ਨੂੰ ਹੀ ਸਾਰੇ ਕੀ ਹੈ, ਕਾਰਬੋਰਾਈਜੇਸ਼ਨ ਪ੍ਰੋਸੈਸ ਹੈ। ਲਿਖਿਆ ਜਨਰਲੀ ਦੀ ਹਾਰਡਰ ਦੀ ਸਟੀਲ ਐਂਡ ਦੀ ਲੋਂਗਰ ਦੀ ਡਿਊਰੇਸ਼ਨ ਆਫ ਦੀ ਕਾਰਬੋਰਾਈਜੇਸ਼ਨ ਪ੍ਰੋਸੈਸ ਦੀ ਹਾਰਡਰ ਦੀ ਕਾਰਬੋਰਾਈਜ਼ਡ ਆਈਟਮ ਵਿਲ ਬੀ। ਇਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿੰਨਾ ਜ਼ਿਆਦਾ ਕਿਸੇ ਮਟੀਰੀਅਲ ਨੂੰ ਆਪਾਂ ਹੀਟ ਕਰਾਂਗੇ ਅਤੇ ਉਸ ਮਟੀਰੀਅਲ ਨੂੰ ਓਨੀ ਦੇਰ ਆਪਾਂ ਫਰਨਸ ਦੇ ਵਿੱਚ ਹੀਟ ਦੇ ਵਿੱਚ ਜਿੰਨੀ ਜ਼ਿਆਦਾ ਲੌਂਗ ਡਿਊਰੇਸ਼ਨ ਦੇ ਵਿੱਚ ਉਹਨੂੰ ਰੱਖਾਂਗੇ, ਓਨਾ ਹੀ ਉਸ ਤੋਂ ਬਾਅਦ ਉਹ ਸਟੀਲ ਜਿਹੜੀ ਆ ਉਹ ਹਾਰਡਰ ਹੋਏਗੀ, ਓਨਾ ਹੀ ਵਧੀਆ ਉਹ ਕਾਰਬੋਰਾਈਜ਼ ਹੋ ਜਾਏਗਾ। ਨੈਕਸਟ ਹੈ ਇੰਡਕਸ਼ਨ ਹਾਰਡਨਿੰਗ। ਇੰਡਕਸ਼ਨ ਹਾਰਡਨਿੰਗ ਕੀ ਹੁੰਦੀ ਆ? ਸੋ ਕਾਰਬੋਰਾਈਜੇਸ਼ਨ ਵੀ ਇੱਕ ਜੋ ਹੈ ਹਾਰਡਨਿੰਗ ਪ੍ਰੋਸੈਸ ਹੈ, ਸਟੀਲ ਨੂੰ ਹਾਰਡ ਕਰਨ ਦਾ ਤਰੀਕਾ ਹੈ, ਅਤੇ ਇੰਡਕਸ਼ਨ ਹਾਰਡਨਿੰਗ ਵੀ ਇੱਕ ਸਟੀਲ ਨੂੰ ਹਾਰਡ ਕਰਨ ਦਾ ਤਰੀਕਾ ਹੈ। ਇਸ ਦੇ ਵਿੱਚ ਕੀ ਹੁੰਦਾ ਹੈ, ਜੋ ਉਸਦਾ ਸਿੰਪਲ ਵੇ ਨਾ, ਇਸ ਦੇ ਵਿੱਚ induction hardening is a process used for a surface hardening of steel and other alloying components. The part to be treated are placed inside a copper coil and then heated above their transformation temperature by applying an alternating current to the coil. The alternating current in the coil induced an alternating magnetic field will be workpiece which cause the outer surface of the part to heat to a temperature above the transformation range. ਇੰਡਕਸ਼ਨ ਹਾਰਡਨਿੰਗ ਦੇ ਵਿੱਚ ਕੀ ਹੁੰਦਾ, ਇੱਕ ਕੋਇਲ ਹੁੰਦੀ ਹੈ
ਜਿਸ ਦੇ ਵਿੱਚ ਅਲਟਰਨੇਟਿੰਗ ਕਰੰਟ ਕਾਪਰ ਕੋਇਲ ਹੁੰਦੀ ਜਿਸ ਦੇ ਵਿੱਚ ਅਲਟਰਨੇਟਿੰਗ ਕਰੰਟ ਪਾਸ ਕੀਤਾ ਜਾਂਦਾ। ਉਸ ਜਦੋਂ ਅਲਟਰਨੇਟਿੰਗ ਕਰੰਟ ਫਲੋ ਕਰਦਾ ਹੈ ਕਾਪਰ ਕੋਇਲ ਦੇ ਵਿੱਚ ਤਾਂ ਉਸ ਦੇ ਵਿੱਚ ਕੀ ਹੁੰਦਾ ਹੈ ਮੈਗਨੈਟਿਕ ਫਲਕਸ ਮੈਗਨੈਟਿਕ ਫਲਕਸ ਚੇਂਜ ਹੁੰਦਾ ਹੈ ਜਿਸ ਦੇ ਨਾਲ EMF ਇਲੈਕਟ੍ਰੋਮੋਟਿਵ ਫੋਰਸ ਪ੍ਰੋਡਿਊਸ ਹੁੰਦੀ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ ਇੱਕ ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦੀ ਹੈ ਜਿਸ ਦਾ ਕਾਰਨ ਕੀ ਹੁੰਦਾ ਆ ਕਿ ਜਦੋਂ ਮੈਗਨੈਟਿਕ ਫੀਲਡ ਕਿਸੇ ਵੀ ਮੈਟਲ ਦੇ ਨਾਲ ਮੈਟਲ ਦੀ ਰੇਂਜ ਵਿੱਚ ਆਉਂਦੀ ਆ ਤਾਂ ਕੀ ਹੁੰਦਾ ਮੈਟਲ ਹੀਟ ਅਪ ਹੋ ਜਾਂਦਾ। The components are heated by means of alternating magnetic field to a temperature above the transformation range followed by intermediate quenching. It is an electromagnetic process used in a copper inductor coil which is fed current at a specific frequency and power level. ਇਸ ਡਾਇਗਰਾਮ ਦੇ ਵਿੱਚ ਮੈਂ ਤੁਹਾਨੂੰ ਸਮਝਾਉਣਾ ਪੂਰਾ ਪ੍ਰੋਸੈਸ ਕੀ ਆ। ਇੱਕ ਕਾਪਰ ਕੋਇਲ ਹੁੰਦੀ ਆ। ਕਾਪਰ ਕੋਇਲ ਦੇ ਵਿੱਚ ਕੀ ਹੁੰਦਾ ਹੈ ਜਦੋਂ ਹੀ ਕੋਈ ਮੈਟਲ ਕਾਪਰ ਕੋਇਲ ਦੇ ਵਿੱਚ ਪਾਸ ਕੀਤਾ ਜਾਂਦਾ ਆ ਇਸ ਇੰਡਕਸ਼ਨ ਹਾਰਡਨਿੰਗ ਦੇ ਵਿੱਚ ਤਾਂ ਉਹ ਜਿਹੜਾ ਪਾਰਟ ਹੁੰਦਾ ਆ ਜਿਹੜਾ ਵੀ ਆਪਾਂ ਪਾਰਟ ਹੀਟ ਕਰਨ ਜਾ ਰਹੇ ਹਾਂ ਠੀਕ ਹੈ ਉਹ ਕੀ ਹੋ ਜਾਂਦਾ ਹੈ ਮੈਗਨੈਟਿਕ ਫੀਲਡ ਦੇ ਦੁਆਰਾ ਹੀਟ ਅਪ ਹੋ ਜਾਂਦਾ ਹੈ। ਹੀਟ ਇੰਨਾ ਹੁੰਦਾ ਹੈ ਕਿ ਉਸਦਾ ਟੈਂਪਰੇਚਰ ਜੋ ਹੈ ਉਹ above 1000 ਡਿਗਰੀ ਸੈਲਸੀਅਸ ਤੋਂ ਅਬਵ ਟੈਂਪਰੇਚਰ ਰਾਈਜ਼ ਕਰ ਜਾਂਦਾ ਕਿਉਂਕਿ ਉਹ ਟੈਂਪਰੇਚਰ ਜੋ ਰੇਂਜ ਹੁੰਦੀ ਹੈ ਕਿਉਂਕਿ ਜੋ ਟਰਾਂਸਫੋਰਮੇਸ਼ਨ ਦਾ ਪ੍ਰੋਸੈਸ ਹੁੰਦਾ ਹੈ ਸਟੀਲ ਦਾ ਉਹ ਹੁੰਦਾ ਹੈ 727 ਡਿਗਰੀ ਸੈਲਸੀਅਸ। ਉਸ ਤੋਂ ਬਾਅਦ ਕੀ ਆ ਉਹਦਾ ਇੰਟਰਨਲ ਸਟਰਕਚਰ ਚੇਂਜ ਹੋਣ ਲੱਗ ਪੈਂਦਾ ਜਿਸ ਤੋਂ ਬਾਅਦ ਕੀ ਹੁੰਦਾ ਆ ਉਸ ਨੂੰ ਕੁਐਂਚਿੰਗ ਕੀਤਾ ਜਾਂਦਾ ਹੈ ਨਾਲ ਹੀ ਜਿਸ ਤੋਂ ਬਾਅਦ ਕੀ ਹੋ ਜਾਂਦਾ ਮਟੀਰੀਅਲ ਹਾਰਡ ਹੋ ਜਾਂਦਾ ਹੈ। ਸੋ ਇਸ ਨੂੰ ਕਹਿੰਦੇ ਆ ਇੰਡਕਸ਼ਨ ਹਾਰਡਨਿੰਗ। ਸੋ ਇਹ ਇੰਡਕਸ਼ਨ ਪ੍ਰੋਸੈਸ ਆ ਠੀਕ ਹੈ। ਆਪਾਂ ਬਾਕੀ ਪ੍ਰੋਸੈਸ ਪੜ੍ਹਿਆ ਨਾ ਨੋਰਮਲਾਈਜ਼ਿੰਗ ਹੋ ਗਿਆ ਹਾਰਡਨਿੰਗ ਪ੍ਰੋਸੈਸ ਹੈ ਉਸ ਦੇ ਵਿੱਚ ਅਲੱਗ ਤਰੀਕੇ ਨਾਲ ਹੀਟ ਕੀਤਾ ਜਾਂਦਾ ਇਹ ਫਰਨਸ ਦੇ ਵਿੱਚ ਹੀਟ ਕੀਤਾ ਜਾਂਦਾ ਮਗਰ ਇਸ ਦੇ ਵਿੱਚ ਇੱਕ ਕੋਇਲ ਦੇ ਦੁਆਰਾ ਮਟੀਰੀਅਲ ਨੂੰ ਹੀਟ ਕਰਕੇ ਠੰਡਾ ਕੀਤਾ ਜਾਂਦਾ ਜਿਸ ਤੋਂ ਬਾਅਦ ਕੀ ਹੋ ਜਾਂਦਾ ਉਸ ਦਾ ਜੋ ਆਊਟਰ ਸਰਫੇਸ ਹੁੰਦਾ ਆ ਉਹ ਹੀਟ ਹੋ ਉਹ ਹਾਰਡਰ ਹੋ ਜਾਂਦਾ ਅਤੇ ਉਸ ਦੀ ਸਟਰੈਂਥ ਇੰਕਰੀਜ਼ ਹੋ ਜਾਂਦੀ ਹੈ। ਸੋ ਤੁਹਾਡੇ ਸਾਹਮਣੇ ਪਿਕਚਰ ਹੈ ਠੀਕ ਹੈ ਇੱਕ ਰੋਡ ਹੈ। ਸੋ ਇੱਕ ਕੋਇਲ ਲੱਗੀ ਆ ਜਿਸ ਤੋਂ ਬਾਅਦ ਕੀ ਹੈ ਟੈਂਪਰੇਚਰ ਤੁਸੀਂ ਦੇਖੋ ਕਿੰਨਾ ਜ਼ਿਆਦਾ ਪ੍ਰੋਡਿਊਸ ਹੋਇਆ ਕਿ ਉਸ ਮਟੀਰੀਅਲ ਦਾ ਜੋ ਕਲਰ ਆ ਉਹ ਵੀ ਰੈੱਡ 'ਚ ਕਨਵਰਟ ਹੋ ਗਿਆ ਤਾਂ ਉਸ ਤੋਂ ਬਾਅਦ ਨਾਲ ਹੀ ਉਸਨੂੰ ਕੁਐਂਚ ਕੀਤਾ ਜਾਂਦਾ